ਦੋਸਤੋ, ਸਤਿ ਸ੍ਰੀ ਅਕਾਲ, ਨਮਸਤੇ, ਸਲਾਮ। ਆਓ ਹੁਣ ਆਪਾਂ ਮੇਰੀ ਲਿਖੀ ਕਹਾਣੀ ਸਵਾਸਾਂ ਦਾ ਸਫ਼ਰ ਦਾ ਦੂਜਾ ਪਾਰਟ ਸੁਣਦੇ ਹਾਂ। ਦੋਵਾਂ ਪਾਸਿਆਂ ਤੋਂ ਚੰਗਾ ਦਿਨ ਦੇਖ ਕੇ 17 ਨਵੰਬਰ 3 ਮੱਘਰ ਦਾ ਦਿਨ ਵਿਆਹ ਵਾਸਤੇ ਪੱਕਾ ਕਰ ਦਿੱਤਾ ਗਿਆ। ਵਿਆਹ ਦੀਆਂ ਤਿਆਰੀਆਂ ਕਰਦਿਆਂ ਕੁੜੀ ਮੁੰਡੇ ਵਾਲਿਆਂ ਦੇ ਦੋਵਾਂ ਘਰਾਂ ਵਿੱਚ ਪਤਾ ਹੀ ਨਾ ਲੱਗਾ ਕਿ ਵਿਆਹ ਦਾ ਦਿਨ ਕਦੋਂ ਆ ਗਿਆ। ਜੁੱਗੀ ਦੇ ਵਿਆਹ ਦੀਆਂ ਤਿਆਰੀਆਂ ਸਿਰ ਉੱਤੇ ਬਾਪ ਨਾ ਹੋਣ ਕਰਕੇ ਮਾਮਿਆਂ ਨੇ ਹੀ ਕੀਤੀਆਂ ਸਨ। ਜੁੱਗੀ ਦੀ ਮਾਂ ਨੂੰ ਪਤੀ ਦੇ ਮਰ ਜਾਣ ਤੋਂ ਬਾਅਦ ਆਪਣੇ ਭਰਾਵਾਂ ਦਾ ਹੀ ਸਹਾਰਾ ਸੀ। ਜਦੋਂ ਉਸ ਦੇ ਪਤੀ ਗੁਰਦੀਪ ਸਿੰਘ ਭੋਗਲ ਦੀ ਮੌਤ ਹੋਈ ਸੀ ਤਾਂ ਸ਼ਰੀਕੇ ਵਾਲਿਆਂ ਨੇ ਆਪਣਿਆਂ ਅਤੇ ਭਰਾਵਾਂ ਨੇ ਭੋਗ ਵਾਲੇ ਦਿਨ ਹੀ ਆਪਣਾ ਆਪ ਦਿਖਾ ਦਿੱਤਾ ਸੀ। ਉਸ ਦਿਨ ਤੋਂ ਉਹ ਸ਼ਰੀਕੇ ਵਾਲਿਆਂ ਨਾਲ ਬਹੁਤਾ ਨੇੜ ਨਹੀਂ ਰੱਖਦੀ ਸੀ। ਬਸ ਉਸ ਦੇ ਭਰਾ ਹੀ ਦੁੱਖ ਸੁੱਖ ਵੇਲੇ ਕੰਮ ਆਉਂਦੇ ਸੀ। ਜਾਂ ਪਿੰਡ ਵਿੱਚੋਂ ਇੱਕ ਹੋਰ ਘਰ ਸੀ ਜੋ ਦੂਜੇ ਮੁਹੱਲੇ ਵਿੱਚ ਜਾਂ ਦੂਜੀ ਪੱਤੀ ਵਿੱਚ ਪੈਂਦਾ ਸੀ, ਜਿਨ੍ਹਾਂ ਨੂੰ ਉਸਨੇ ਆਪਣੇ ਭਰਾਵਾਂ ਦੇ ਕਹਿਣ 'ਤੇ ਥੋੜ੍ਹੀ ਜਿਹੀ ਜ਼ਮੀਨ ਠੇਕੇ ਉੱਤੇ ਦੇ ਕੇ ਆਪਣੇ ਨਾਲ ਜੋੜਿਆ ਹੋਇਆ ਸੀ, ਜੋ ਵੇਲੇ ਕੁ ਲੋੜ ਪੈਣ 'ਤੇ ਕੰਮ ਆ ਜਾਂਦੇ ਸੀ। ਇਸ ਤਰ੍ਹਾਂ ਕਰਨ ਦੇ ਨਾਲ ਸ਼ਰੀਕੇ ਵਾਲੇ ਵੀ ਦੱਬੇ ਰਹਿੰਦੇ ਸੀ। ਉਹ ਆਪਣੇ ਪੁੱਤ ਦੀ ਬਰਾਤ ਪੂਰੇ ਸਾਜ ਧਾਰ ਨਾਲ ਲੈ ਕੇ ਮਿੱਥੇ ਦਿਨ ਉੱਤੇ ਕੁੜਮਾਂ ਦੇ ਦਰਵਾਜ਼ੇ ਉੱਤੇ ਜਾ ਪਹੁੰਚੀ। ਕੁੜੀ ਵਾਲਿਆਂ ਨੇ ਪੂਰੇ ਜ਼ੋਰ ਸ਼ੋਰ ਨਾਲ ਸਾਰੀ ਬਰਾਤ ਦਾ ਸਵਾਗਤ ਕੀਤਾ। ਜਲ ਪਾਣੀ ਦੀ ਸੇਵਾ ਤੋਂ ਬਾਅਦ ਲਾਵਾਂ ਫੇਰੇ ਹੋਏ ਅਤੇ ਫਿਰ ਬਰਾਤ ਨੂੰ ਰੋਟੀ ਖਵਾਈ। ਕੁੜੀ ਵਾਲਿਆਂ ਨੇ ਬਰਾਤ ਨੂੰ ਸੋਹਣੀ ਰੋਟੀ ਚੰਗੇ ਢੰਗ ਨਾਲ ਖਵਾਈ ਸੀ। ਸ਼ਾਮਾਂ ਦੇ 4 ਵਜੇ ਤਾਂ ਡੋਲੀ ਤੁਰਨ ਦਾ ਸਮਾਂ ਹੋ ਗਿਆ। ਜਦ ਡੋਲੀ ਤੁਰੀ ਤਾਂ ਜੁੱਗੀ ਦੇ ਮਾਮਿਆਂ ਨੇ ਰੱਜ ਕੇ ਪੈਸਿਆਂ ਦੀ ਵਰਖਾ ਕੀਤੀ। ਜੁਗਨੂ ਦਾ ਆਪਣੇ ਮਾਪਿਆਂ ਤੋਂ ਵਿਛੜਨ ਦਾ ਸਮਾਂ ਆ ਗਿਆ ਤਾਂ ਸਾਰਾ ਮਾਹੌਲ ਇੱਕਦਮ ਬਦਲਿਆ ਜਿਹਾ ਹੋ ਗਿਆ ਅਤੇ ਸਭ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਜੁਗਨੂ ਅਤੇ ਉਸਦੇ ਮਾਂ-ਬਾਪ ਦੇ ਮਿਲਾਪ ਨੇ ਬਰਾਤੀਆਂ ਦੀਆਂ ਅੱਖਾਂ ਵੀ ਸੱਜਲ ਕਰ ਦਿੱਤੀਆਂ ਸਨ। ਡੋਲੀ ਵਾਲੀ ਕਾਰ ਫੁੱਲਾਂ ਨਾਲ ਸਜੀ ਹੋਈ ਜੁਗਨੂ ਨੂੰ ਲੈ ਕੇ ਧੂੜ ਉਡਾਉਂਦੀ ਹੋਈ ਧੂੜ ਵਿੱਚ ਹੀ ਅਲੋਪ ਹੋ ਗਈ ਅਤੇ ਦਿਨ ਛਿਪਦੇ ਤੱਕ ਪਿੰਡ ਆ ਪਹੁੰਚੀ। ਸ਼ਰੀਕੇ ਵਿੱਚੋਂ ਤਾਏ ਦੇ ਮੁੰਡੇ ਨੇ ਬਰਾਤ ਤੋਂ ਪਹਿਲਾਂ ਆ ਕੇ ਦਿਖਾ ਦਿੱਤਾ ਅਤੇ ਡੋਲੀ ਵਾਲੀ ਕਾਰ ਦੀ ਬਾਰੀ ਅੱਗੇ ਅੜ ਕੇ ਖੜ ਗਿਆ। ਕਹਿੰਦਾ ਸੀ, ਮੈਂ ਪਹਿਲਾਂ ਆਇਆ ਅਤੇ ਮੈਨੂੰ ਪਹਿਲਾਂ 250 ਰੁਪਇਆ ਦਿਓ, ਫਿਰ ਮੈਂ ਡੋਲੀ ਦੀ ਬਾਰੀ ਖੋਲ੍ਹਣ ਦੇਵਾਂਗਾ। ਲੈ ਦੇ ਕੇ 125 ਰੁਪਏ ਵਿੱਚ ਗੱਲ ਮੁੱਕ ਗਈ ਅਤੇ ਜੁੱਗੀ ਦੀ ਮਾਂ ਨੇ ਨੂੰਹ ਰਾਣੀ ਨੂੰ ਸ਼ਗਨਾਂ ਨਾਲ ਡੋਲੀ ਵਿੱਚੋਂ ਉਤਾਰਿਆ। ਬੜੇ ਚਾਅ ਤੇ ਖੁਸ਼ੀਆਂ ਹੋਈਆਂ। ਮੇਲਣਾ ਨੇ ਗਿੱਧਾ ਪਾ ਕੇ ਨੱਚ ਕੇ ਧਰਤੀ ਹਿਲਾ ਦਿੱਤੀ। ਜਦ ਸਭ ਥੱਕ ਹਾਰ ਗਏ ਅਤੇ ਕੰਮ ਕਰਨ ਵਾਲੀਆਂ ਲਾਗਣਾਂ ਨੇ ਸਭ ਨੂੰ ਆਵਾਜ਼ ਦਿੱਤੀ ਕਿ ਹੁਣ ਰੋਟੀ ਤਿਆਰ ਹੋ ਗਈ ਹੈ, ਸਭ ਆ ਕੇ ਖਾ ਲਵੋ। ਸਭ ਨੇ ਰੋਟੀ ਖਾਧੀ, ਪਰ ਸ਼ਰਾਬੀ ਤਾਂ ਹਾਲੇ ਸ਼ਰਾਬ ਪੀ ਰਹੇ ਸੀ।
ਉਹਨਾਂ ਨੇ ਰੋਟੀ ਖਾਂਦਿਆਂ 12 ਵਜਾ ਦਿੱਤੇ। ਡੋਲੀ ਤੁਰਨ ਲੱਗਿਆਂ ਵਿਆਹ ਮਕਲਾਵਾ ਇਕੱਠਾ ਹੀ ਕਰ ਦਿੱਤਾ ਸੀ। ਕੁੜੀ ਨਾਲ ਇੱਕ ਨੈਣ ਆਈ ਸੀ ਅਤੇ ਇੱਕ ਕੁੜੀ ਦਾ ਭਰਾ ਜੋ 8 ਕੁ ਸਾਲ ਦਾ ਸੀ ਉਹ ਆਇਆ ਸੀ। ਨੈਣ ਨੂੰ ਰਾਤ ਦੇ 10 ਕੁ ਵਜੇ ਮੇਲਣਾ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ ਅਤੇ ਜੁਗਨੂ ਦਾ ਛੋਟਾ ਭਰਾ ਰੋਟੀ ਖਾ ਕੇ ਜੁਗਨੂ ਦੇ ਕੋਲ ਹੀ ਸੌਂ ਗਿਆ ਸੀ। ਗੂੜੀ ਨੀਂਦ ਸੌਂ ਜਾਣ ਤੋਂ ਬਾਅਦ ਜੁੱਗੀ ਦੀ ਮਾਮੀ ਉਸ ਨੂੰ ਸੁੱਤੇ ਪਏ ਨੂੰ ਹੀ ਚੁੱਕ ਲਿਆਈ ਅਤੇ ਆਪਣੇ ਨਾਲ ਸਵਾ ਲਿਆ। ਜੁਗਨੂ ਦੀਆਂ ਅੱਖਾਂ ਵਿੱਚ ਨੀਂਦ ਰੜਕ ਰਹੀ ਸੀ। ਰਾਤ ਦੇ 11 ਵੱਜ ਗਏ ਸੀ। ਉਸ ਦਾ ਦੂल्हा ਹਾਲੀ ਉਸ ਦੇ ਕੋਲ ਨਹੀਂ ਆਇਆ ਸੀ। ਉਸਨੇ ਸੋਚਿਆ ਕਿ ਉਹ ਆਉਣ ਅਤੇ ਮੈਂ ਸੁੱਤੀ ਪਈ ਹੋਵਾਂ, ਇਹ ਠੀਕ ਨਹੀਂ ਆ, ਜਾਗਦੀ ਰਹਿੰਦੀ ਆ। ਉਹ ਬੈੱਡ ਦੀ ਢੋ ਲਾ ਕੇ ਬੈਠੀ ਹੋਈ ਸੀ ਅਤੇ ਸੋਚ ਹੀ ਰਹੀ ਸੀ ਕਿ ਦਰਵਾਜ਼ਾ ਖੜਕਿਆ। ਜੁੱਗੀ ਦੇ ਅੰਦਰ ਆਉਣ ਕਰਕੇ ਉਹ ਸੁੰਗੜ ਕੇ ਜੇ ਬੈਠ ਗਈ। ਜੁੱਗੀ ਦੇ ਅੰਦਰ ਆਉਣ ਵੇਲੇ ਉਹ ਸੁੰਗੜ ਕੇ ਜੇ ਬੈਠ ਗਈ। ਜੁੱਗੀ ਜੁਗਨੂ ਦੇ ਸਾਹਮਣੇ ਹੀ ਬੈੱਡ ਉੱਤੇ ਬੈਠ ਗਿਆ ਅਤੇ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਬੋਲਿਆ, ਜੁਗਨੂ, ਮੈਂ ਸਿੱਧਾ ਸਾਦਾ ਜਿਹਾ ਹਾਂ। ਤੇਰੇ ਸਾਹਮਣੇ ਬੋਲਣ ਵਾਸਤੇ ਮੇਰੇ ਕੋਲ ਸ਼ਬਦ ਕੋਈ ਨਹੀਂ ਹੈ। ਮੈਂ ਸੁਣਿਆ ਕਿ ਤੂੰ ਸ਼ਹਿਰ ਵਿੱਚ ਪੜ੍ਹੀ ਹੈ। ਪੜ੍ਹੇ ਲਿਖੇ ਲੋਕ ਸੋਹਣੀਆਂ ਗੱਲਾਂ ਕਰਦੇ ਆ। ਮੈਂ ਤਾਂ ਬਸ ਜਿਹੋ ਜਿਹਾ ਹਾਂ ਤੇਰਾ ਹੀ ਹਾਂ। ਮੈਂ ਤੈਨੂੰ ਬਹੁਤ ਖੁਸ਼ ਰੱਖਾਂਗਾ। ਤੇਰੇ ਸਾਹ ਤੋਂ ਬਾਅਦ ਹੀ ਮੈਂ ਸਾਹ ਲਵਾਂਗਾ। ਜ਼ਿੰਦਗੀ ਵਿੱਚ ਕਦੇ ਤੇਰਾ ਮਾਣ ਸਨਮਾਨ ਕਰਦਿਆਂ ਮੇਰੇ ਕੋਲੋਂ ਊਚ ਨੀਚ ਹੋ ਜਾਏ ਤਾਂ ਮਾਫ਼ ਕਰਨਾ। ਮੈਂ ਤੇਰੇ ਨਾਲ ਅੱਜ ਨਵੀਂ ਜ਼ਿੰਦਗੀ ਸ਼ੁਰੂ ਕਰਨ ਲੱਗਿਆ ਅਤੇ ਜ਼ਿੰਦਗੀ ਦੇ ਅੰਤਲੇ ਸਮੇਂ ਤੱਕ ਤੇਰੇ ਨਾਲ ਹੀ ਰਹਾਂਗਾ। ਇਹ ਕਹਿ ਕੇ ਜੁੱਗੂ ਨੇ ਕੰਬਦੇ ਜੇ ਹੱਥਾਂ ਨਾਲ ਜੁਗਨੂ ਦਾ ਹੱਥ ਫੜ ਲਿਆ। ਉਹ ਇੰਨਾ ਭੋਲਾ ਜਿਹਾ ਸੀ ਕਿ ਜੋ ਕੁਝ ਜੁਗਨੂ ਨੇ ਉਸਨੂੰ ਕਹਿਣਾ ਸੀ ਉਹ ਸਭ ਉਸਨੇ ਆਪ ਹੀ ਜੁਗਨੂ ਨੂੰ ਕਹਿ ਦਿੱਤਾ। ਜੁੱਗੀ ਨੇ ਇੰਨਾ ਕੁਝ ਕਹਿ ਦਿੱਤਾ ਸੀ ਕਿ ਜੁਗਨੀ ਕੋਲ ਕੋਈ ਸ਼ਬਦ ਹੀ ਨਹੀਂ ਰਹਿ ਗਿਆ ਸੀ ਬੋਲਣ ਵਾਸਤੇ। ਜੁਗਨੂ ਨੂੰ ਲੱਗਦਾ ਸੀ ਕਿ ਅੱਜ ਜਿਵੇਂ ਉਸਨੇ ਆਪਣੇ ਕੰਨਾਂ ਨਾਲ ਅੰਮ੍ਰਿਤ ਪੀਤਾ ਹੋਵੇ। ਉਹ ਸੁਣ ਕੇ ਮਸਤਾਨੀ ਜੀ ਹੋ ਗਈ ਸੀ। ਇੰਨੇ ਮਿੱਠੇ ਬੋਲ ਉਸਨੇ ਪਹਿਲੀ ਵਾਰ ਸੁਣੇ ਸਨ। ਉਸਨੇ ਸੋਚਿਆ ਸੀ ਕਿ ਉਸਦੇ ਘਰ ਵਾਲਾ ਪੇਂਡੂ ਹੈ ਅਤੇ ਨਸ਼ੇ ਵਿੱਚ ਰੱਜਿਆ ਹੋਇਆ ਫੁਕਾਰੇ ਮਾਰਦਾ ਆਊਗਾ ਅਤੇ ਭੁੱਖੇ ਜਾਨਵਰ ਵਾਂਗ ਮੇਰੇ ਉੱਤੇ ਟੁੱਟ ਪਵੇਗਾ। ਪਰ ਇੰਨਾ ਸਲੀਕਾ ਅਤੇ ਪਿਆਰ ਦੇਖ ਕੇ ਅੱਜ ਜੁਗਨੂ ਨੂੰ ਆਪਣਾ ਆਪ ਬਹੁਤ ਛੋਟਾ ਲੱਗਦਾ ਸੀ। ਉਸਨੂੰ ਲੱਗਦਾ ਸੀ ਕਿ ਉਹ ਸੰਘਣੇ ਜੰਗਲ ਵਿੱਚੋਂ ਨਿਕਲ ਕੇ ਫੁੱਲਾਂ ਦੀ ਖੁਸ਼ਬੂਦਾਰ ਵਾੜੀ ਵਿੱਚ ਆ ਗਈ ਹੋਵੇ। ਉਸਨੂੰ ਪਤਾ ਹੀ ਨਾ ਲੱਗਾ ਕਿ ਉਸਨੇ ਕਦੋਂ ਆਪਣਾ ਸਿਰ ਜੁੱਗੀ ਦੇ ਹੱਥਾਂ ਉੱਪਰ ਰੱਖ ਦਿੱਤਾ। ਕਮਰੇ ਵਿੱਚ ਲੱਗੀਆਂ ਮੋਮਬੱਤੀਆਂ ਦੀ ਮੋਮ ਪਿਘਲ ਕੇ ਥਾਲੀ ਵਿੱਚ ਫੈਲ ਗਈ ਸੀ। ਗਰਮ ਮੋਮ ਪਾਣੀ ਬਣ ਗਈ ਸੀ ਅਤੇ ਥਾਲੀ ਦਾ ਥੱਲਾ ਮੋਮ ਵਿੱਚ ਦੀ ਸਾਫ਼ ਦਿਖਾਈ ਦਿੰਦਾ ਸੀ। ਮੋਮ ਅਤੇ ਥਾਲੀ ਇੱਕ ਹੀ ਲੱਗਦੇ ਸੀ। ਫਿਰ ਚਰਮ ਸੀਮਾ ਉੱਤੇ ਜਾ ਕੇ ਹੌਲੀ ਹੌਲੀ ਮੋਮ ਠੰਡੀ ਹੋ ਕੇ ਥਾਲੀ ਦੇ ਥੱਲੇ ਨਾਲ ਹੀ ਚਿਪਕ ਗਈ ਸੀ।
ਸਵੇਰੇ ਕੁੱਕੜ ਦੀ ਬਾਂਗ ਨੇ ਜੁੱਗੂ ਨੂੰ ਜਗਾ ਦਿੱਤਾ ਸੀ। ਅਚਾਨਕ ਹੀ ਉਹਨਾਂ ਦਾ ਦਰਵਾਜ਼ਾ ਖੜਕਿਆ ਅਤੇ ਬਾਹਰੋਂ ਆਵਾਜ਼ ਆਈ ਕਿ ਜੁਗਨੀ, ਤੂੰ ਉੱਠ ਕੇ ਆ ਕੇ ਮੇਰੇ ਨਾਲ ਪੈ ਜਾ। ਇਹ ਆਵਾਜ਼ ਉਸ ਦੀ ਮਾਮੀ ਦੀ ਸੀ ਅਤੇ ਜੁੱਗੂ ਨੇ ਪਛਾਣ ਲਈ ਸੀ। ਇਹ ਪੇਂਡੂ ਔਰਤਾਂ ਦਾ ਬਿਨਾਂ ਮਤਲਬ ਦਾ ਇੱਕ ਰਿਵਾਜ ਜਿਹਾ ਸੀ ਕਿ ਨਵੀਂ ਕੁੜੀ ਹੈ, ਸਵੇਰੇ ਉੱਠ ਕੇ ਉਹ ਦੂਜਿਆਂ ਕੋਲੋਂ ਸੰਗੂਗੀ ਅਤੇ ਸੋਚੂਗੀ ਕਿ ਦੂਜੇ ਕੀ ਸੋਚਣਗੇ ਕਿ ਇਹ ਰਾਤ ਮੁੰਡੇ ਨਾਲ ਸੁੱਤੀ ਸੀ, ਰਾਤ ਕੀ ਹੋਇਆ ਸੀ, ਜਾਂ ਐਂ ਕਹਿ ਲਵੋ ਕਿ ਔਰਤਾਂ ਨੂੰ ਉਂਝ ਹੀ ਬੇਵਜ੍ਹਾ ਦੀ ਸਿਆਣਪ ਦਿਖਾਉਣ ਦੀ ਆਦਤ ਹੁੰਦੀ ਹੈ। ਪੁਰਾਣੀਆਂ ਔਰਤਾਂ ਆਪਣੀ ਸਿਆਣਪ ਘੋਟਣ ਲੱਗ ਜਾਂਦੀਆਂ। ਉਹ ਭੁੱਲ ਜਾਂਦੀਆਂ ਹਨ ਕਿ ਅਸੀਂ ਦੋ ਜੀਆਂ ਨੂੰ ਮਿਲਣ ਵਾਸਤੇ ਕਿੰਨਾ ਸਮਾਂ ਅਤੇ ਕਿੰਨਾ ਪੈਸਾ ਖਰਚ ਕੀਤਾ ਹੈ ਅਤੇ 500-600 ਬੰਦਿਆਂ ਦੀ ਹਾਜ਼ਰੀ ਵਿੱਚ ਇਹਨਾਂ ਨੂੰ ਇੱਕ ਦੂਜੇ ਦਾ ਸਾਥੀ ਬਣਾਇਆ। ਫਿਰ ਪਤਾ ਨਹੀਂ ਕਿਉਂ ਰੂੜੀਵਾਦੀ ਸੋਚ ਲੈ ਕੇ ਇਹ ਔਰਤਾਂ ਇਸ ਤਰ੍ਹਾਂ ਦੇ ਵਿਚਾਰ ਕਰਨ ਲੱਗ ਜਾਂਦੀਆਂ ਹਨ। ਜੁੱਗੀ ਨੇ ਦੇਖਿਆ ਕਿ ਜੁਗਨੀ ਬਹੁਤ ਗੂੜੀ ਨੀਂਦ ਵਿੱਚ ਉਸਦੇ ਨਾਲ ਚਿਪਕੀ ਹੋਈ ਹੈ। ਬਾਹਰ ਵਾਲੀ ਆਵਾਜ਼ ਉਸਨੂੰ ਸੁਣਾਈ ਹੀ ਨਹੀਂ ਦਿੱਤੀ ਸੀ। ਜੁੱਗੀ ਨੇ ਉਸ ਨੂੰ ਜਗਾਉਣਾ ਠੀਕ ਨਾ ਸਮਝਿਆ ਅਤੇ ਬੜੀ ਮੁਸ਼ਕਿਲ ਨਾਲ ਹੌਲੀ ਹੌਲੀ ਉਸਨੇ ਜੁਗਨੀ ਦੀਆਂ ਬਾਹਾਂ ਪਾਸੇ ਕੀਤੀਆਂ, ਆਪਣੇ ਤੋਂ ਪਾਸੇ ਕੀਤੀਆਂ ਅਤੇ ਮਲਕੜੇ ਜਿਹੇ ਕਮਰੇ ਤੋਂ ਬਾਹਰ ਨਿਕਲ ਗਿਆ ਅਤੇ ਫਿਰ ਆਪਣੀ ਮਾਂ ਨਾਲ ਜਾ ਸੁੱਤਾ। ਇਹ ਕੋਈ ਪਹਿਲਾ ਦਿਨ ਨਹੀਂ ਸੀ ਕਿ ਜੁੱਗੀ ਆਪਣੀ ਮਾਂ ਨਾਲ ਸੁੱਤਾ ਸੀ। ਉਹ ਬਚਪਨ ਤੋਂ ਲੈ ਕੇ ਅੱਜ ਤੱਕ ਆਪਣੀ ਮਾਂ ਨਾਲ ਹੀ ਸੌਂਦਾ ਆ ਰਿਹਾ ਸੀ। ਉਸ ਦਾ ਪਹਿਲੀ ਰਾਤ ਹੀ ਜੁਗਨੂ ਨਾਲ ਇੰਨਾ ਪਿਆਰ ਪੈ ਗਿਆ ਸੀ ਕਿ ਪਿਆਰ ਵਿੱਚ ਖੀਵਾ ਹੋਇਆ ਜੁੱਗੀ ਜੁਗਨੂ ਵਾਲੇ ਸਾਰੇ ਫਰਜ਼ ਆਪ ਹੀ ਨਿਭਾ ਰਿਹਾ ਸੀ। ਆਮ ਕਰਕੇ ਸਮਾਜ ਵਿੱਚ ਨਿਮਰਤਾ, ਇੱਜ਼ਤ ਅਤੇ ਮਾਣ ਸਨਮਾਨ ਵਾਲੇ ਸਾਰੇ ਕੰਮ ਔਰਤ ਹੀ ਕਰਦੀ ਹੈ ਅਤੇ ਰੋਹਬ ਪਾਉਣ ਵਾਲੇ ਤੇ ਇੱਜ਼ਤ ਕਰਾਉਣ ਵਾਲੇ ਸਾਰੇ ਕੰਮ ਬੰਦੇ ਕਰਦੇ ਆ। ਪਰ ਜੁੱਗੀ ਦਾ ਕੋਮਲ ਹਿਰਦਾ ਜੁਗਨੂ ਦੇ ਪਿਆਰ ਵਿੱਚ ਜੁੜ ਗਿਆ ਸੀ। ਅੱਧੇ ਘੰਟੇ ਬਾਅਦ ਫਿਰ ਜੁੱਗੀ ਦੀ ਮਾਮੀ ਆਈ ਅਤੇ ਉਸਨੇ ਦੇਖਿਆ ਕਿ ਜੁੱਗੀ ਤਾਂ ਕਮਰੇ ਵਿੱਚ ਹੀ ਨਹੀਂ ਹੈ ਅਤੇ ਜੁਗਨੀ ਸੁੱਤੀ ਪਈ ਹੋਈ ਹੈ। ਮਾਮੀ ਜੁਗਨੂ ਦੇ ਨਾਲ ਹੀ ਪੈ ਗਈ। ਇਸ ਤੋਂ ਪਹਿਲਾਂ ਕਿ ਜੁਗਨੂ ਸੁੱਤੀ ਪਈ ਹੋਈ ਕੁਝ ਗਲਤ ਹਰਕਤ ਕਰੇ, ਉਸਨੇ ਜੁਗਨੂ ਨੂੰ ਜਗਾਉਣਾ ਸ਼ੁਰੂ ਕਰ ਦਿੱਤਾ। ਜਦ ਜੁਗਨੂ ਜਾਗੀ ਤਾਂ ਮਾਮੀ ਜੀ ਨੂੰ ਦੇਖ ਕੇ ਉਸ ਨੂੰ ਸ਼ਰਮ ਜੀ ਆਈ, ਕਿਉਂਕਿ ਉਸ ਨੂੰ ਮਾਮੀ ਜੀ ਦੀ ਰਾਤ ਵਾਲੀ ਗੱਲ ਯਾਦ ਨਹੀਂ ਰਹੀ ਸੀ। ਮਾਮੀ ਜੁਗਨੂ ਨੂੰ ਬਾਥਰੂਮ ਲੈ ਕੇ ਗਈ ਤੇ ਫਿਰ ਉਸ ਵਾਸਤੇ ਚਾਹ ਲੈ ਕੇ ਆਈ। ਜੁਗਨੂ ਨੂੰ ਜੁੱਗੀ ਦਾ ਕਮਰੇ ਵਿੱਚੋਂ ਪਹਿਲਾਂ ਬਾਹਰ ਚਲੇ ਜਾਣਾ ਚੰਗਾ ਨਾ ਲੱਗਾ। ਉਹ ਡਰ ਰਹੀ ਸੀ ਕਿ ਇਸ ਗੱਲ ਉੱਤੇ ਜੁੱਗੀ ਉਸ ਨਾਲ ਬਹੁਤ ਨਾਰਾਜ਼ ਹੋਵੇਗਾ। ਦਿਨ ਚੜੇ ਨੈਣ ਰਾਣੀ ਵੀ ਉਸਦੇ ਕਮਰੇ ਵਿੱਚ ਆ ਗਈ ਅਤੇ ਉਸਨੇ ਜੁਗਨੂ ਨੂੰ ਇਸ਼ਨਾਨ ਪਾਣੀ ਕਰਵਾਇਆ ਅਤੇ ਲੱਡੂ ਤੇ ਸ਼ੱਕਰਪਾਰਿਆਂ ਨਾਲ ਇੱਕ ਵਾਰ ਹੋਰ ਚਾਹ ਪਿਆ ਦਿੱਤੀ। ਹੌਲੀ ਹੌਲੀ ਮੇਲਣਾ ਤੇ ਹੋਰ ਔਰਤਾਂ ਕਮਰੇ ਵਿੱਚ ਆਉਣ ਲੱਗ ਪਈਆਂ। ਸਭ ਨੇ ਜੁਗਨੂ ਦੀ ਸੁੰਦਰਤਾ ਦੀ ਤਾਰੀਫ ਕੀਤੀ ਅਤੇ ਜੁੱਗੀ ਦੀ ਮਾਂ ਨੂੰ ਕਹਿੰਦੀਆਂ ਸੀ ਕਿ ਭੈਣੇ,
ਤੂੰ ਤਾਂ ਪਿਛਲੇ ਜਨਮ ਵਿੱਚ ਕੋਈ ਮੋਤੀ ਪੁੰਨ ਕੀਤੇ ਹੋਣੇ ਆ। ਤੇਰੀ ਨਹੁੰ ਤਾਂ ਨਿਰੀ ਅੰਗਰੇਜ਼ਣਾ ਵਰਗੀ ਆ, ਗੋਰੀ ਚਿੱਟੀ। ਇਹੋ ਜਿਹੀਆਂ ਔਰਤਾਂ ਤਾਂ ਗੋਰਿਆਂ ਦੇ ਦੇਸ਼ਾਂ ਵਿੱਚ ਹੁੰਦੀਆਂ। ਜਾਂ ਫਿਰ ਪਰੀਆਂ ਬਾਰੇ ਸੁਣਿਆ ਕਿ ਉਹ ਬਹੁਤ ਸੋਹਣੀਆਂ ਹੁੰਦੀਆਂ ਹਨ। ਆਪਣੀ ਨੂੰਹ ਦੀ ਸਿਫਤ ਸੁਣ ਕੇ ਜੁੱਗੀ ਦੀ ਮਾਂ ਦਾ ਸੀਨਾ ਮਾਣ ਨਾਲ ਚੌੜਾ ਹੋ ਗਿਆ ਸੀ। ਸਾਰਾ ਮੇਲ ਇੱਕ ਦਿਨ ਰਹਿ ਕੇ ਜਾਣਾ ਸ਼ੁਰੂ ਹੋ ਗਿਆ। ਨਾਨਕਾ ਮੇਲ ਇੱਕ ਦਿਨ ਹੋਰ ਮਗਰੋਂ ਗਿਆ। ਵੱਡਾ ਮਾਮਾ ਰਹਿ ਪਿਆ ਸੀ, ਉਹ ਸਾਰੀ ਸਾਂਭ ਸੰਭਾਲ ਕਰਕੇ 4 ਦਿਨ ਬਾਅਦ ਗਿਆ ਸੀ। ਇਸ ਤਰ੍ਹਾਂ 5 ਮਹੀਨੇ ਵਿਆਹ ਨੂੰ ਗੁਜ਼ਰ ਗਏ। ਸਾਰੀਆਂ ਸਰਦੀਆਂ ਜੁੱਗੂ ਤੇ ਜੁਗਨੀ ਨੇ ਪਿਆਰ ਵਿੱਚ ਮਸਤ ਹੋ ਕੇ ਗੁਜ਼ਾਰੀਆਂ। ਮਾਂ ਦੋਹਾਂ ਨੂੰ ਦੇਖ ਦੇਖ ਕੇ ਖੁਸ਼ ਹੁੰਦੀ ਰਹਿੰਦੀ ਸੀ। ਅਪ੍ਰੈਲ ਦਾ ਮਹੀਨਾ ਆਇਆ ਤਾਂ ਵਿਸਾਖੀ ਦੇ ਮੇਲੇ ਤੋਂ ਬਾਅਦ ਜ਼ਿਮੀਂਦਾਰਾਂ ਨੇ ਪੁੱਤਾਂ ਵਾਂਗ ਪਾਲੀ ਕਣਕ ਦੀ ਵਾਢੀ ਸ਼ੁਰੂ ਕਰ ਦਿੱਤੀ। ਹੁਣ ਜੁੱਗੀ ਖੇਤ ਦੇ ਕੰਮ ਵਿੱਚ ਰੁੱਝਿਆ ਰਹਿੰਦਾ ਅਤੇ ਰਾਤ ਦੇਰ ਨੂੰ ਘਰ ਆਉਂਦਾ ਸੀ। ਗਰਮੀਆਂ ਦੇ ਵੱਡੇ ਵੱਡੇ ਦਿਨ ਜੁਗਨੂ ਨੂੰ ਖਾਣ ਨੂੰ ਆਉਂਦੇ ਸਨ। ਉਹਨਾਂ ਦੇ ਘਰ ਇੱਕ ਪਸ਼ੂਆਂ ਵਾਸਤੇ ਛੇੜੂ ਰੱਖਿਆ ਹੋਇਆ ਸੀ, ਜਿਸ ਨੂੰ ਅਸੀਂ ਪਾਲੀ ਕਹਿੰਦੇ ਹਾਂ। ਉਹ ਪਿੰਡ ਦੇ ਨਾਈਆਂ ਦਾ ਮੁੰਡਾ ਸੀ ਅਤੇ ਉਸ ਦਾ ਨਾਮ ਕਾਕੂ ਸੀ। ਉਹ ਪਸ਼ੂ ਸੰਭਾਲਦਾ ਸੀ। ਨਾਈ ਜਾਤ ਦਾ ਹੋਣ ਕਰਕੇ ਉਹ ਘਰ ਦੇ ਭਾਂਡਿਆਂ ਨੂੰ ਵੀ ਹੱਥ ਲਾ ਲੈਂਦਾ ਸੀ। ਉਹ 18-20 ਸਾਲ ਦਾ ਸੋਹਣਾ ਗੱਭਰੂ ਸੀ। ਦਿਨ ਵੇਲੇ ਘਰ ਵਿੱਚ ਉਹ ਤਿੰਨੇ ਹੀ ਰਹਿੰਦੇ ਸਨ। ਜੁਗਨੂ ਅਤੇ ਉਸ ਦੀ ਸੱਸ ਘਰ ਦੇ ਅੰਦਰ ਕਮਰੇ ਵਿੱਚ ਪੱਖਾ ਛੱਡ ਕੇ ਦੁਪਹਿਰ ਵੇਲੇ ਆਰਾਮ ਕਰਦੀਆਂ ਸਨ ਅਤੇ ਕਾਕੂ ਵਿਹੜੇ ਵਿੱਚ ਲੱਗੇ ਸ਼ਰੀਂਹ ਦੀ ਡੱਬ ਖੜੱਬੀ ਛਾਂ ਵਿੱਚ ਸੌਂ ਜਾਂਦਾ ਸੀ। ਸਵੇਰ ਦਾ ਰੋਟੀ ਪਾਣੀ ਬਣਾ ਕੇ ਜੁਗਨੂ 10-11 ਵਜੇ ਨਹਾ ਧੋ ਕੇ ਫਿਰ ਆਰਾਮ ਕਰਦੀ ਸੀ। ਜਦੋਂ ਜੁਗਨੀ ਨਹਾਉਂਦੀ ਸੀ ਤਾਂ ਨਹਾਉਣ ਦੇ ਪਾਣੀ ਦਾ ਖੜਕਾ ਸ਼ਰੀਂਹ ਥੱਲੇ ਪਏ ਕਾਕੂ ਨੂੰ ਸੁਣਦਾ ਸੀ ਅਤੇ ਉਸ ਦਾ ਧਿਆਨ ਉੱਧਰ ਚਲਾ ਜਾਂਦਾ ਸੀ, ਕਿਉਂਕਿ ਨਹਾਉਣ ਵਾਲਾ ਸ਼ਰੀਂਹ ਦੇ ਬਿਲਕੁਲ ਨਾਲ ਸੀ। ਇੱਕ ਦਿਨ ਕਾਕੂ ਦੇ ਮਨ ਨੇ ਹਿੰਮਤ ਕੀਤੀ ਅਤੇ ਬਾਥਰੂਮ ਦੇ ਮਗਰਲੇ ਪਾਸੇ ਦੀਆਂ ਮੋਰੀਆਂ ਵਿੱਚ ਦੀ ਜੁਗਨੂ ਨੂੰ ਨਹਾਉਂਦਿਆਂ ਦੇਖਣ ਲੱਗਾ। ਜੁਗਨੂ ਨੂੰ ਨਹਾਉਂਦਿਆਂ ਦੇਖ ਕੇ ਕਾਕੂ ਦਾ ਮਨ ਧੱਕ ਧੱਕ ਕਰਨ ਲੱਗ ਜਾਂਦਾ। ਹੁਣ ਉਹ ਹਰ ਰੋਜ਼ ਜੁਗਨੂ ਨੂੰ ਨਹਾਉਣ ਵੇਲੇ ਨਹਾਉਣ ਵਾਲੇ ਦੀ ਮੋਰੀ ਰਾਹੀਂ ਚੰਗੀ ਤਰ੍ਹਾਂ ਦੇਖਦਾ ਸੀ ਅਤੇ ਜੁਗਨੂ ਦਾ ਗੋਰਾ ਚਿੱਟਾ ਤਨ ਕਾਕੂ ਨੂੰ ਵਿਆਕੁਲ ਜਿਹਾ ਕਰ ਦਿੰਦਾ ਸੀ। ਇੱਕ ਦਿਨ ਜੁਗਨੂ ਨੇ ਵੀ ਬਾਥਰੂਮ ਵਿੱਚ ਲੱਗੇ ਸ਼ੀਸ਼ੇ ਵਿੱਚ ਦੀ ਕਾਕੂ ਨੂੰ ਦੇਖ ਲਿਆ ਕਿ ਉਹ ਮੈਨੂੰ ਮੋਰੀ ਵਿੱਚ ਦੀ ਦੇਖਦਾ। ਇੱਕ ਵਾਰ ਤਾਂ ਉਸ ਨੂੰ ਲੱਗਾ ਕਿ ਉਹ ਬਾਹਰ ਨਿਕਲ ਕੇ ਉਸ ਦੀ ਚੰਗੀ ਤਰ੍ਹਾਂ ਪਰੇਡ ਕਰੇਗੀ, ਪਰ ਬਾਹਰ ਨਿਕਲਦਿਆਂ ਹੀ ਉਸ ਦਾ ਗੁੱਸਾ ਠੰਡਾ ਹੋ ਗਿਆ। ਹੌਲੀ ਹੌਲੀ ਉਸ ਨੂੰ ਕਾਕੂ ਦਾ ਮੋਰੀ ਵਿੱਚ ਦੀ ਦੇਖਣਾ ਚੰਗਾ ਲੱਗਣ ਲੱਗਾ। ਗਰਮੀਆਂ ਦੇ ਦਿਨ ਹੋਣ ਕਰਕੇ ਕਾਕੂ ਨੰਗੇ ਪਿੰਡੇ ਹੀ ਰਹਿੰਦਾ ਸੀ, ਬਸ ਲੱਕ ਨਾਲ ਇੱਕ ਪਰਨਾ ਜਿਹਾ ਬੰਨ੍ਹ ਕੇ ਰੱਖਦਾ ਸੀ। ਜੁਗਨੂ ਕਾਕੂ ਦੇ ਗੁੰਦਵੇਂ ਅਤੇ ਮਜ਼ਬੂਤ ਸਰੀਰ ਨੂੰ ਕਦੀ ਕਦੀ ਤਿਰਛੀ ਜਿਹੀ ਅੱਖ ਨਾਲ ਦੇਖ ਲੈਂਦੀ ਸੀ
ਅਤੇ ਕਾਕੂ ਵੀ ਤਿਰਛੀ ਜੀ ਅੱਖ ਨਾਲ ਅਕਸਰ ਹੀ ਜੁਗਨੂ ਨੂੰ ਦੇਖਦਾ ਰਹਿੰਦਾ ਸੀ। ਦਿਨੋਂ ਦਿਨ ਦੇਖਾ ਦੇਖੀ ਦੀ ਅਤੇ ਦਿਲ ਦੀ ਖਿੱਚ ਵੱਧਦੀ ਗਈ। ਦਿਨੋਂ ਦਿਨ ਦੇਖਾ ਦੇਖੀ ਦੀ ਅਤੇ ਦਿਲ ਦੀ ਖਿੱਚ ਵੱਧਦੀ ਗਈ। ਕਣਕਾਂ ਨਿਕਲ ਗਈਆਂ, ਲੋਹੜੇ ਦੀ ਗਰਮੀ ਪੈਣ ਲੱਗੀ। ਅੱਜ ਕੱਲ੍ਹ ਬਿਜਲੀ ਦੇ ਵੀ ਬਹੁਤ ਕੱਟ ਲੱਗਦੇ ਸੀ। ਫਰਿੱਜ ਵਿੱਚ ਨਾ ਬਰਫ਼ ਜੰਮਦੀ ਸੀ ਤੇ ਨਾ ਪਾਣੀ ਹੀ ਠੰਡਾ ਮਿਲਦਾ ਸੀ। ਇੱਕ ਵਾਰ ਸਾਰੀ ਰਾਤ ਬਿਜਲੀ ਨਾ ਆਈ ਅਤੇ ਸਵੇਰੇ ਦਿਨੇ ਵੀ ਬਿਜਲੀ ਨਾ ਆਈ। ਫਰਿੱਜ ਵਿੱਚ ਪਈ ਬਰਫ਼ ਪਾਣੀ ਬਣ ਗਈ। ਸਵੇਰੇ ਰੋਟੀ ਖਾਣ ਵਾਸਤੇ ਕਾਕੂ ਕੋਲੋਂ ਦੁਕਾਨ ਤੋਂ ਬਰਫ਼ ਮੰਗਾਈ। ਜੋ ਬਰਫ਼ ਬਾਕੀ ਬਚੀ ਤਾਂ ਉਹ ਤੂੜੀ ਵਿੱਚ ਨੱਪ ਦਿੱਤੀ। ਸ਼ਾਮ ਦੇ 3 ਵਜੇ ਜਦ ਚਾਹ ਦਾ ਵੇਲਾ ਹੋਇਆ ਤਾਂ ਕਾਕੂ ਨੇ ਵੀ ਪਸ਼ੂਆਂ ਨੂੰ ਦਾਣਾ ਪੱਠਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਉਹ ਤੂੜੀ ਵਾਲੇ ਕੋਠੇ ਵਿੱਚੋਂ ਵਾਰ-ਵਾਰ ਤੂੜੀ ਦੇ ਟੋਕਰੇ ਭਰ ਕੇ ਪਸ਼ੂਆਂ ਵਾਲੀ ਖੁਰਲੀ ਵਿੱਚ ਪਾ ਰਿਹਾ ਸੀ। ਬਾਹਰ ਪਾਣੀ ਪੀਣ ਆਈ ਜੁਗਨੂ ਨੇ ਵੀ ਦੇਖ ਲਿਆ ਸੀ। ਉਸ ਦੀ ਸੱਸ ਕਹਿੰਦੀ, ਪੁੱਤ ਚਾਹ ਦਾ ਵੇਲਾ ਹੋ ਗਿਆ, ਚਾਹ ਬਣਾ ਲਾ। ਜੁਗਨੂ ਨੇ ਮੌਕਾ ਦੇਖ ਕੇ ਕਿਹਾ, ਮਾਂ ਜੀ ਗਰਮੀ ਬਹੁਤ ਪਈ ਜਾਂਦੀ ਆ, ਚਾਹ ਦਾ ਕੀ ਪੀਣਾ, ਮੈਂ ਨਿੰਬੂ ਦੀ ਸ਼ਿਕੰਜਵੀ ਬਣਾ ਲੈਂਦੀ ਆ। ਮਾਂ ਨੇ ਕਿਹਾ, ਠੀਕ ਆ ਬੇਟਾ। ਜਦ ਤੂੜੀ ਲੈਣ ਲਈ ਕਾਕੂ ਅੰਦਰ ਵੜਿਆ ਤਾਂ ਜੁਗਨੂ ਨੇ ਪਿੱਛੇ ਜਾ ਕੇ ਕਿਹਾ, ਕਾਕੂ ਤੂੜੀ ਵਿੱਚੋਂ ਬਰਫ਼ ਕੱਢ ਦੇ। ਜਦ ਕਾਕੂ ਤੂੜੀ ਵਿੱਚੋਂ ਬਰਫ਼ ਕੱਢ ਕੇ ਦੇਣ ਲੱਗਾ ਤਾਂ ਜੁਗਨੂ ਨੇ ਜਾ ਕੇ ਜਲਦੀ ਨਾਲ ਕਾਕੂ ਦਾ ਹੱਥ ਫੜ ਲਿਆ। ਇੱਕ ਵਾਰ ਤਾਂ ਕਾਕੂ ਬਰਫ਼ ਵਾਂਗ ਠੰਡਾ ਹੋ ਗਿਆ, ਪਰ ਜੁਗਨੂ ਦੇ ਹੌਸਲੇ ਨੇ ਉਸ ਨੂੰ ਠੰਡਾ ਨਾ ਹੋਣ ਦਿੱਤਾ ਅਤੇ ਉਹ ਖੜਾ ਰਿਹਾ। ਜੁਗਨੂ ਨੇ ਕਾਕੂ ਦੇ ਮੂੰਹ ਉੱਤੇ ਹੱਥ ਲਾ ਕੇ ਉਸ ਦੇ ਅੰਦਰ ਦੀਆਂ ਤਾਰਾਂ ਜੀਆਂ ਖੜਕਾ ਦਿੱਤੀਆਂ। ਜੁਗਨੂ ਨੇ ਕਾਕੂ ਦੇ ਮੂੰਹ ਉੱਤੇ ਹੱਥ ਲਾ ਕੇ ਉਸ ਦੇ ਅੰਦਰ ਦੀਆਂ ਤਾਰਾਂ ਜੀਆਂ ਖੜਕਾ ਦਿੱਤੀਆਂ ਅਤੇ ਆਪ ਬਾਹਰ ਆ ਗਈ। ਸ਼ਿਕੰਜਵੀ ਬਣਨ ਤੋਂ ਬਾਅਦ ਇੱਕ ਕੌਲਾ ਜਿਹਾ ਭਰ ਕੇ ਸ਼ਿਕੰਜਵੀ ਦਾ ਕਾਕੂ ਨੂੰ ਦੇ ਦਿੱਤਾ ਅਤੇ ਨੂੰਹ ਸੱਸ ਨੇ ਆਪ ਵੀ ਸ਼ਿਕੰਜਵੀ ਪੀਤੀ। ਹੁਣ ਕਾਕੂ ਨੂੰ ਰੋਜ਼ ਸ਼ਾਮ ਦੇ 4 ਵਜੇ ਕਾੜਨੀ ਵਾਲੇ ਦੁੱਧ ਦਾ ਭਰਿਆ ਕੌਲਾ ਮਿਲਦਾ ਸੀ ਅਤੇ ਦੋਵੇਂ ਵੇਲੇ ਸਬਜ਼ੀ ਵਿੱਚ ਘਿਓ ਵੀ ਚੰਗਾ ਪਾਇਆ ਹੁੰਦਾ ਸੀ। ਇਸ ਤਰ੍ਹਾਂ ਕਰਦਿਆਂ ਅੱਸੂ ਦਾ ਮਹੀਨਾ ਆ ਗਿਆ ਅਤੇ ਉਹਨਾਂ ਦੀ ਬੂਰੀ ਮੱਝ ਸੂਣ ਵਾਲੀ ਸੀ। ਰਾਤ ਨੂੰ ਰਖਵਾਲੀ ਰੱਖਣ ਵਾਲਾ ਕੋਈ ਨਹੀਂ ਸੀ, ਇਸ ਲਈ ਕਾਕੂ ਨੂੰ ਹੀ ਆਖਿਆ ਕਿ ਤੂੰ ਆਪਣਾ ਬਿਸਤਰਾ ਇੱਥੇ ਲੈ ਆ ਅਤੇ ਰਾਤ ਨੂੰ ਮੱਝ ਦਾ ਖਿਆਲ ਰੱਖਿਆ ਕਰ। ਹੁਣ ਪਸ਼ੂਆਂ ਦੀ ਧਾਰ ਕੱਢਦਿਆਂ ਅਤੇ ਰੋਟੀ ਫੜਾਉਂਦਿਆਂ ਕਾਕੂ ਨਾਲ ਜੁਗਨੀ ਦੀ ਅਕਸਰ ਹੀ ਹੱਥੋਂ ਪਾਈ ਹੋ ਜਾਂਦੀ ਸੀ। ਮਤਲਬ ਕਿ ਕਾਕੂ ਅਤੇ ਜੁਗਨੂ ਦੇ ਹੱਥ ਇੱਕ ਦੂਜੇ ਨੂੰ ਛੋਹ ਜਾਂਦੇ ਸਨ। ਕਦੀ ਕਦੀ ਤਾਂ ਕਾਕੂ ਵੀ ਜੁਗਨੀ ਦੇ ਹੱਥ ਉੱਤੇ ਚੁੰਡੀ ਵੜ ਦਿੰਦਾ ਸੀ ਅਤੇ ਜੁਗਨੂ ਹੱਸ ਕੇ ਜਿਹੇ ਉਸ ਨੂੰ ਮਨਜ਼ੂਰੀ ਦੇ ਦਿੰਦੀ ਸੀ। ਇਸ ਤਰ੍ਹਾਂ ਕਰਦਿਆਂ ਹੌਲੀ ਹੌਲੀ ਕਾਕੂ ਦਾ ਅਤੇ ਜੁਗਨੂ ਦਾ ਕਦੀ ਤੂੜੀ ਵਾਲੇ ਕੋਠੇ ਵਿੱਚ ਅਤੇ ਕਦੇ ਪਸ਼ੂਆਂ ਵਾਲੇ ਕੋਠੇ ਵਿੱਚ ਮੇਲ ਹੋ ਜਾਂਦਾ ਸੀ। ਬੂਰੀ ਮੱਝ ਵੀ ਸੂ ਪਈ ਸੀ। ਸਰਦੀਆਂ ਆ ਗਈਆਂ ਸਨ, ਪਰ ਬਾਅਦ ਵਿੱਚ ਵੀ ਕਾਕੂ ਦਾ ਮੰਜਾ ਬਿਸਤਰਾ ਘਰ ਨਾ ਗਿਆ ਅਤੇ ਤੂੜੀ ਵਾਲੇ ਕੋਠੇ ਵਿੱਚ ਕਾਕੂ ਦਾ ਬਿਸਤਰਾ ਪੱਕਾ ਹੀ ਲੱਗ ਗਿਆ।
ਜਦੋਂ ਗੁਰਦੁਆਰਾ ਸਾਹਿਬ ਵਿਖੇ ਬਾਬਾ ਜੀ ਪਾਠ ਕਰਨ ਲੱਗਦੇ ਹਨ ਤਾਂ ਸਭ ਦੇ ਘਰਾਂ ਵਿੱਚ ਉਸ ਵੇਲੇ ਮੱਝਾਂ ਦੀ ਧਾਰ ਕੱਢਣ ਦਾ ਵੇਲਾ ਹੋ ਜਾਂਦਾ ਹੈ। ਉਸ ਵੇਲੇ ਜੁਗਨੂ ਅਤੇ ਕਾਕੂ ਦਾ ਮੇਲ ਹੋਣ ਲੱਗਾ ਅਤੇ ਫੇਰ ਹੌਲੀ ਹੌਲੀ ਰਾਤ ਦੇ ਸਮੇਂ ਵੀ ਜੁੱਗੀ ਨੂੰ ਸੁੱਤਿਆਂ ਛੱਡ ਕੇ ਜੁਗਨੀ ਕਾਕੂ ਦਾ ਬਿਸਤਰਾ ਨਿੱਘਾ ਕਰਨ ਲੱਗੀ। ਕਾਕੂ ਕਾਠੇ ਕੱਦ ਦਾ ਸੋਹਣਾ ਅਤੇ ਜ਼ੋਰ ਵਾਲਾ ਮਜ਼ਬੂਤ ਜਵਾਨ ਸੀ। ਸਿਆਲਾਂ ਦੇ ਦਿਨਾਂ ਵਿੱਚ ਹੀ ਜੁਗਨੂ ਦੇ ਅੰਦਰ ਕਾਕੂ ਸਮਾ ਗਿਆ ਸੀ। ਕਾਕੂ ਦੇ ਮਜ਼ਬੂਤ ਡੋਲੇ ਜੁਗਨੂ ਦੀ ਜਾਨ ਕੱਢ ਦਿੰਦੇ ਸੀ। ਲੋਹੜੀ ਆਈ ਤਾਂ ਕਾਕੂ ਨੇ ਸ਼ਰਾਬ ਦੇ ਨਸ਼ੇ ਵਿੱਚ ਲੋਹੜੀ ਉੱਤੇ ਬੈਠਿਆਂ ਆਪਣੇ ਦੋਸਤਾਂ ਕੋਲ ਸਭ ਕੁਝ ਬਕ ਦਿੱਤਾ। ਪਿੰਡ ਦੇ ਮੁੰਡੇ ਜੋ ਭੋਗਲਾਂ ਦੀ ਨੂੰਹ ਦੀ ਸੁੰਦਰਤਾ ਦੇ ਦੀਵਾਨੇ ਸਨ, ਸਾਰੀ ਰਾਮ ਕਹਾਣੀ ਸੁਣ ਕੇ ਹੁਣ ਉਹ ਕੁੱਤਿਆਂ ਵਾਂਗ ਉਹਨਾਂ ਦੇ ਘਰ ਅੱਗੋਂ ਦੀ ਹੇੜੀਆਂ ਦੇਣ ਲੱਗ ਪਏ। ਸਾਰੇ ਮੁੰਡੇ ਸ਼ਾਮ ਨੂੰ ਨਹਾ ਧੋ ਕੇ ਉਹਨਾਂ ਦੇ ਘਰ ਦੇ ਸਾਹਮਣੇ ਲੱਗੇ ਬੋਹੜ ਥੱਲੇ ਇਕੱਠੇ ਹੋ ਜਾਂਦੇ ਸੀ ਅਤੇ ਟਿਕਟਿਕੀ ਲਾ ਕੇ ਉਹਨਾਂ ਦੇ ਦਰਵਾਜ਼ੇ ਦੇ ਵੱਲ ਦੇਖਦੇ ਰਹਿੰਦੇ ਅਤੇ ਕਮਰੇ ਦੀ ਬਾਰੀ ਵੱਲ ਦੇਖਦੇ ਰਹਿੰਦੇ। ਘੋੜਿਆਂ ਵਾਂਗ ਹਿਣ ਹਿਣ ਕਰਕੇ ਇੰਨਾ ਉੱਚੀ ਹੱਸਦੇ ਸੀ ਕਿ ਉਹਨਾਂ ਦਾ ਹੱਸਣਾ ਦੂਰ ਤੱਕ ਸੁਣਦਾ ਸੀ। ਇੰਨਾ ਸ਼ੋਰ ਸ਼ਰਾਬਾ ਸੁਣ ਕੇ ਜਦੋਂ ਜੁਗਨੂ ਵੀ ਕਦੀ ਕਦੀ ਬਾਰੀ ਵਿੱਚ ਆ ਕੇ ਦੇਖਦੀ ਸੀ ਤਾਂ ਉਸ ਨੂੰ ਦੇਖ ਕੇ ਮੁੰਡਿਆਂ ਦੇ ਸਾਹ ਸੁੱਕ ਜਾਂਦੇ ਸਨ। ਜੁਗਨੂ ਨੂੰ ਦੇਖ ਕੇ ਸਭ ਚੁੱਪ ਹੋ ਜਾਂਦੇ ਸੀ ਤਾਂ ਜੁਗਨੂ ਨੂੰ ਬਹੁਤ ਚੰਗਾ ਲੱਗਦਾ ਸੀ। ਫਿਰ ਹੌਲੀ ਹੌਲੀ ਜੁਗਨੂ ਦੀ ਰੋਜ਼ ਦੀ ਆਦਤ ਜੀ ਬਣ ਗਈ ਬਾਰੀ ਵਿੱਚ ਬੈਠਣ ਦੀ। ਸਿਆਣੇ ਕਹਿੰਦੇ ਹਨ ਕਿ ਜਦ ਇਨਸਾਨ ਆਪਣੀ ਜ਼ਿੰਦਗੀ ਦੀ ਪਟੜੀ ਤੋਂ ਇੱਕ ਵਾਰ ਤਿਲਕ ਜਾਏ ਤਾਂ ਫਿਰ ਉਹ ਤਿਲਕਦਾ ਹੀ ਤੁਰਿਆ ਜਾਂਦਾ ਹੈ। ਜੁਗਨੂ ਚੜ੍ਹਦੀ ਜਵਾਨੀ ਵਿੱਚ ਹੀ ਤਿਲਕ ਗਈ ਸੀ ਅਤੇ ਹੁਣ ਉਸ ਦੀ ਬ੍ਰੇਕ ਨਹੀਂ ਲੱਗਦੀ ਸੀ। ਬਸ ਉਹ ਕੁਝ ਸਮੇਂ ਵਾਸਤੇ ਕਿਸੇ ਟਾਹਣੀ ਵਿੱਚ ਅਟਕਦੀ ਸੀ ਅਤੇ ਫਿਰ ਅੱਗੇ ਨਿਕਲ ਜਾਂਦੀ ਸੀ। ਹੁਣ ਬਾਰੀ ਵਿੱਚੋਂ ਦੀ ਹੀ ਉਸ ਦੀਆਂ ਅੱਖਾਂ ਮੁੰਡਿਆਂ ਨਾਲ ਦੋ ਚਾਰ ਹੋਣ ਲੱਗ ਗਈਆਂ ਅਤੇ ਉਹ ਅੱਖਾਂ ਰਾਹੀਂ ਮੁੰਡਿਆਂ ਦੇ ਅਰਮਾਨਾਂ ਨੂੰ ਹਵਾ ਦੇਣ ਲੱਗੀ। ਹੁਣ ਅੱਖਾਂ ਨਾਲ ਗੱਲ ਨਹੀਂ ਬਣਦੀ ਸੀ ਤਾਂ ਫਿਰ ਹੁਣ ਦੋਵਾਂ ਪਾਸਿਆਂ ਤੋਂ ਦਿਲ ਕਾਹਲੇ ਪੈ ਗਏ ਸਨ। ਹੁਣ ਉਹਨਾਂ ਮੁੰਡਿਆਂ ਵਿੱਚੋਂ ਜੁਗਨੂ ਨੇ ਪਾਲੀ ਨਾਮ ਦਾ ਲੜਕਾ ਚੁਣ ਲਿਆ ਸੀ ਅਤੇ ਗਲੀ ਨਾਲ ਲੱਗਦੇ ਆਪਣੇ ਡਰਾਇੰਗ ਰੂਮ ਰਾਹੀਂ ਜਿਸ ਦਾ ਇੱਕ ਦਰਵਾਜ਼ਾ ਗਲੀ ਵਿੱਚ ਖੁੱਲ੍ਹਦਾ ਸੀ, ਉਸ ਵਿੱਚ ਕਦੇ ਕਦੇ ਪਾਲੀ ਨੂੰ ਬੁਲਾ ਕੇ ਜੁਗਨੂ ਆਪਣੇ ਦਿਲ ਦੀ ਅੱਗ ਸ਼ਾਂਤ ਕਰ ਲੈਂਦੀ ਸੀ। ਜੁਗਨੂ ਸ਼ੁਰੂ ਤੋਂ ਹੀ ਇਹਨਾਂ ਗੱਲਾਂ ਦੀ ਆਦੀ ਸੀ। ਉਸ ਨੂੰ ਕਾਕੂ ਤੇ ਪਾਲੀ ਇੱਕੋ ਜਿਹੇ ਲੱਗਦੇ ਸੀ ਅਤੇ ਕਾਕੂ ਤੇ ਪਾਲੀ ਦੋਵੇਂ ਸਿਰਫ ਰਸ ਚੂਸਣ ਦਾ ਹੀ ਸ਼ੌਂਕ ਰੱਖਦੇ ਸਨ। ਕਾਕੂ ਤੇ ਪਾਲੀ ਦੋਵੇਂ ਰਸ ਚੂਸਣ ਦਾ ਸ਼ੌਂਕ ਰੱਖਦੇ ਸੀ ਅਤੇ ਮਜ਼ੇ ਲੁੱਟਦੇ ਸੀ, ਪਰ ਸੱਚ ਦੀ ਪਿਆਸ ਦੋਵਾਂ ਵਿੱਚ ਹੀ ਨਹੀਂ ਸੀ, ਨਾ ਜੁਗਨੂ ਵਿੱਚ ਤੇ ਨਾ ਪਾਲੀ ਤੇ ਕਾਕੂ ਵਿੱਚ। ਸਿਰਫ ਦੋਵਾਂ ਪਾਸਿਆਂ ਤੋਂ
ਅੱਗ ਹੀ ਜ਼ਿੰਦਗੀ ਦੇ ਸੱਚ ਨੂੰ ਸਾੜ ਰਹੀ ਸੀ। ਸੋ ਦੋਸਤੋ, ਇਸ ਕਹਾਣੀ ਦਾ ਅਗਲਾ ਪਾਰਟ ਆਪਾਂ ਫੇਰ ਸੁਣਾਂਗੇ।